Hello students, plus one the chemistry the second chapter that is structure of atom. देखो स्टूडेंट्स ਤੁਸੀਂ ਸਟਰਕਚਰ ਆਫ ਐਟਮ ਬਾਰੇ 9th ਸਟੈਂਡਰਡ ਦੇ ਵਿੱਚ ਆਪਣੇ ਜੂਨੀਅਰ ਲੈਵਲ 'ਚ ਤੁਸੀਂ ਕੁਝ ਜ਼ਰੂਰ ਪੜ੍ਹ ਕੇ ਆਏ ਹੋਵੋਗੇ ਕਿ ਐਟਮ ਦੀ ਡਿਸਕਵਰੀ ਕਿਸ ਤਰ੍ਹਾਂ ਹੋਈ ਜਾਂ ਐਟਮਸ ਦੇ ਅੱਗੇ ਜਿਹੜੇ ਸਬ ਐਟੋਮਿਕ ਪਾਰਟੀਕਲ ਸੀਗੇ ਉਹ ਕਿਸ ਤਰੀਕੇ ਨਾਲ ਡਿਸਕਵਰ ਕੀਤੇ ਗਏ। ਇਸ ਲੈਸਨ ਦੇ ਵਿੱਚ ਸਾਰਾ ਹਿਸਟੋਰੀਕਲ ਬੈਕਗਰਾਉਂਡ ਆਉਣਾ ਕਿ ਮੈਟਰ ਤੋਂ ਚੱਲ ਕੇ ਐਟੋਮਿਕ ਸਟਰਕਚਰ ਤੱਕ ਕਿ ਐਟਮ ਦੀ ਜਿਹੜੀ ਸਟਰਕਚਰ ਹੈ ਉਹ ਕਿਸ ਤਰੀਕੇ ਦੇ ਨਾਲ ਜਿਹੜੀ ਉਹਦੀ ਡਿਸਕਵਰੀਜ਼ ਹੋਈਆਂ ਨੇ ਅਤੇ ਉਹਨਾਂ ਡਿਸਕਵਰੀਜ਼ ਦੇ ਨਾਲ ਅੱਗੇ ਐਟਮ ਦੇ ਵਿੱਚ ਫਰਦਰ ਕੀ ਚੇਂਜਿਸ ਆਏ, ਉਹਨਾਂ ਦੀ ਸਟੱਡੀ ਦੇ ਵਿੱਚ ਕੀ ਚੇਂਜਿਸ ਆਏ, ਕੈਮਿਸਟਰੀ ਦੇ ਵਿੱਚ ਕੀ ਚੇਂਜਿਸ ਆਏ, ਉਹ ਸਾਰਾ ਕੁਝ ਐਸ ਲੈਸਨ ਦੇ ਵਿੱਚ ਡਿਸਕਸ ਹੋਣਾ। ਐਜ਼ ਵੀ ਨੋ ਮੈਟਰ ਇਜ਼ ਦਾ anything which have mass and occupy space is known as matter. Three states of matter ਤੁਸੀਂ ਪੜ੍ਹਦੇ ਹੋ, solid, liquid, gas। ਇਹ ਗੱਲਬਾਤ ਜਿਹੜੀ ਹੈ ਇਹ ਪੁਰਾਤਨ ਯੁੱਗ ਤੋਂ ਹੀ ਚਲੀ ਆ ਰਹੀ ਹੈ। ਪਹਿਲੇ ਬਹੁਤ ਐਂਸ਼ੀਅੰਟ ਟਾਈਮ ਦੇ ਉੱਤੇ, ਬਹੁਤ ਪੁਰਾਤਨ ਟਾਈਮ ਦੇ ਉੱਤੇ ਜਿਹੜੇ ਨੇ ਪੰਜ ਤੱਤ ਜਿਹੜੇ ਸੀਗੇ ਉਹ ਪੰਜ ਤੰਤਰ ਆਮ ਤੌਰ 'ਤੇ ਮਸ਼ਹੂਰੀ ਹੈ ਉਸ ਚੀਜ਼ ਦੀ ਕਿ ਉਹਨਾਂ ਤੋਂ ਕਹਿੰਦੇ ਸੀਗੇ ਕਿ ਮੈਟਰ ਜਿਹੜਾ ਉਹ ਤੋਂ ਬਣਿਆ। ਉਹ 'ਚ ਅੱਗ, ਵਾਯੂ, ਜਲ, ਧਰਤੀ, ਆਕਾਸ਼, ਇਹ ਪੰਜ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਦਾ ਕਹਿੰਦੇ ਸੀ ਮੈਟਰ ਬਣਿਆ। ਪਰ ਲੇਕਿਨ ਜਿਸ ਤਰ੍ਹਾਂ ਐਡਵਾਂਸਨੈਸ ਆਈ ਸਾਇੰਸ ਦੇ ਵਿੱਚ ਇਹਨਾਂ ਦੀ ਟਰਮੀਨੋਲੋਜੀ ਕਹਿ ਲਓ ਜਾਂ ਇਹਨਾਂ ਦੀ ਐਕਸਪਲੇਨੇਸ਼ਨ ਕਹਿ ਲਓ ਦੇ ਵਿੱਚ ਕਾਫੀ ਫਰਕ ਪੈਣਾ ਸ਼ੁਰੂ ਹੋ ਗਿਆ। ਸਾਇੰਟਿਸਟ ਦੇ ਅਕੋਰਡਿੰਗਲੀ ਇੱਕ ਸਾਇੰਟਿਸਟ ਸੀਗਾ, ਉਹਦਾ ਨਾਮ ਸੀ ਡਾਲਟਨ। ਡਾਲਟਨ ਨੇ ਐਟੋਮਿਕ ਥਿਊਰੀ ਦਿੱਤੀ ਪੁਰਾਤਨ ਲੈਵਲ ਦੇ ਉੱਤੋਂ ਜਿਹੜਾ ਹਟ ਕੇ ਥੋੜ੍ਹਾ 1808 ਦੇ ਵਿੱਚ ਡਾਲਟਨ ਨੇ, ਜੌਨ ਡਾਲਟਨ ਪੂਰਾ ਨਾਂ ਸੀਗਾ ਇਹਦਾ, ਇਹ ਬਾਈ ਪ੍ਰੋਫੈਸ਼ਨ ਜਿਹੜਾ ਟੀਚਰ ਸੀਗਾ ਪਰ ਲੇਕਿਨ ਇਹ ਸਾਇੰਟਿਸਟ ਵੀ ਸੀਗਾ ਨਾਲ। ਉਹਦੀ ਥਿਊਰੀ ਦੇ ਅਕੋਰਡਿੰਗਲੀ ਕਿ ਐਟਮ ਇਜ਼ ਅਲਟੀਮੇਟ ਪਾਰਟ ਆਫ ਮੈਟਰ ਤੇ ਐਟਮ ਇੱਕ ਹੀ ਤਰ੍ਹਾਂ ਦੇ ਐਟਮਸ ਤੋਂ ਮੈਟਰ ਜਿਹੜਾ ਇੱਕ ਟਾਈਪ ਆਫ ਮੈਟਰ ਜਿਹੜੀ ਉਹ ਬਣਦੀ ਹੈ ਇੱਕ ਹੀ ਤਰ੍ਹਾਂ ਦੇ। ਮੰਨ ਲਓ ਅਸੀਂ ਕਾਪਰ ਦੀ ਐਗਜ਼ਾਮਪਲ ਲੈਂਦੇ ਹਾਂ, ਜੇ ਕਾਪਰ ਹੈ ਤਾਂ ਕਾਪਰ ਦੇ ਵਿੱਚ ਕਾਪਰ ਦੇ ਹੀ ਐਟਮਸ ਹੋਣਗੇ। ਜੇ ਅਸੀਂ ਐਲੂਮੀਨੀਅਮ ਦੀ ਗੱਲ ਲੈਂਦੇ ਹਾਂ, ਐਲੂਮੀਨੀਅਮ ਦੇ ਵਿੱਚ ਐਲੂਮੀਨੀਅਮ ਦੇ ਹੀ ਐਟਮ ਹੋਣਗੇ। ਇਹ ਕਹਿੰਦੇ ਸੀ ਐਟਮ ਇਜ਼ ਅਲਟੀਮੇਟ ਪਾਰਟ ਆਫ ਮੈਟਰ, ਕਿ ਮੈਟਰ ਦਾ ਸਭ ਤੋਂ ਛੋਟੇ ਤੋਂ ਛੋਟਾ ਹਿੱਸਾ ਜਿਹੜਾ ਉਹ ਐਟਮ ਹੈ। ਐਟਮ ਤੋਂ ਮਿਲ ਕੇ ਜਿਹੜਾ ਉਹ ਮੈਟਰ ਬਣਿਆ। ਪਰ ਲੇਕਿਨ ਸਾਇੰਟਿਸਟ ਨੇ ਅੱਗੇ ਹੋਰ ਡਿਸਕਵਰੀਜ਼ ਕੀਤੀਆਂ ਜਿਨ੍ਹਾਂ ਤੋਂ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਐਟਮ ਇਜ਼ ਨਾਟ ਅਲਟੀਮੇਟ ਪਾਰਟ ਆਫ ਮੈਟਰ। ਐਟਮ ਤੋਂ ਵੀ ਛੋਟੇ ਪਾਰਟੀਕਲਸ ਜਿਹੜੇ ਨੇ ਉਹ ਹੋ ਸਕਦੇ ਹਨ। ਇਹ ਜਿਹੜੇ ਐਕਸਪੈਰੀਮੈਂਟ ਸੀਗੇ ਇਹ ਸ਼ੁਰੂ ਕੀਤੇ ਸੀਗੇ ਮਾਈਕਲ ਫੈਰਾਡੇ ਨੇ। ਫੈਰਾਡੇ ਨੇ ਇਲੈਕਟ੍ਰੋਲਿਸਿਸ ਦੇ ਉੱਤੇ ਜਿਹੜੇ ਨੇ ਐਕਸਪੈਰੀਮੈਂਟਸ ਕੀਤੇ ਸੀਗੇ। ਹੁਣ ਉਹਦੀ ਮੈਂ ਡਿਟੇਲ 'ਤੇ ਨਹੀਂ ਦੱਸਾਂਗਾ, ਪਰ ਉਹਦੇ ਨਾਲ ਸਿਰਫ ਇੰਨਾ ਪਤਾ ਲੱਗਾ ਕਿ ਜਿਹੜਾ ਵੀ ਅਸੀਂ ਮੈਟਰ ਯੂਜ਼ ਕਰਦੇ ਹਾਂ ਇਨ ਫਾਰਮ ਆਫ ਸੋਲਿਊਸ਼ਨ, ਉਹਦੇ ਵਿੱਚ ਕੋਈ ਨਾ ਕੋਈ ਚਾਰਜਡ ਪਾਰਟੀਕਲ ਹੁੰਦੇ ਨੇ। ਉਹਨਾਂ 'ਚ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਚਾਰਜ ਹੈ, ਪੋਜ਼ੀਟਿਵ ਚਾਰਜ ਹੋ ਸਕਦਾ, ਨੈਗੇਟਿਵ ਚਾਰਜ ਹੋ ਸਕਦਾ, ਕੋਈ ਨਾ ਕੋਈ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਪਾਰਟੀਕਲਸ ਹੈਗੇ ਨੇ। 1850 ਦੇ ਦਰਮਿਆਨ ਇੱਕ ਗਰੁੱਪ ਸੀਗਾ ਸਾਇੰਟਿਸਟ ਦਾ ਜਿਹ 'ਚ ਮਾਈਕਲ ਫੈਰਾਡੇ ਵੀ ਸੀਗਾ, ਜੇਮਸ ਕੂਕ ਵੀ ਸੀਗਾ। ਉਹਨਾਂ ਨੇ ਇੱਕ ਐਕਸਪੈਰੀਮੈਂਟ ਲਗਾਇਆ। ਦੈਟ ਐਕਸਪੈਰੀਮੈਂਟ ਇਜ਼ ਨੋਨ ਐਜ਼ ਕੈਥੋਡ ਰੇ ਟਿਊਬ ਐਕਸਪੈਰੀਮੈਂਟ। ਕੈਥੋਡ ਰੇ ਟਿਊਬ ਐਕਸਪੈਰੀਮੈਂਟ। ਕੈਥੋਡ ਰੇ ਟਿਊਬ ਜਿਹੜੀ ਹੈ ਇੱਕ ਹਾਰਡ ਗਲਾਸ ਦੀ ਟਿਊਬ ਸੀ, ਸ਼ੀਸ਼ੇ ਦੀ, ਜਿਹਨੂੰ ਵੈਕਿਊਮ ਪੰਪ ਲਗਾ ਕੇ ਇਹਦੇ 'ਚੋਂ ਸਾਰੀ ਹਵਾ ਕੱਢ ਲਈ ਗਈ। ਟੂ ਦਾ ਵੈਕਿਊਮ ਪੰਪ ਸਟਾਪਰ। ਤੇ ਕੈਥੋਡ ਤੇ ਐਨੋਡ ਦੋ ਇਲੈਕਟ੍ਰੋਡਸ
ਜਿਹੜੇ ਨੇ ਉਹ ਪਲੇਟਾਂ 2 ਇਲੈਕਟ੍ਰੋਡ ਦੀਆਂ ਪਲੇਟਾਂ ਜਿਹੜੀਆਂ ਨੇ ਉਹ ਬਣਾ ਕੇ ਇਹਨਾਂ ਵਿੱਚ ਅਸੈਂਬਲ ਕੀਤੀਆਂ ਗਈਆਂ। ਇੱਧਰਲਾ ਪਾਸਾ ਕੈਥੋਡ, ਇਹਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਕੈਥੋਡ ਦੇ ਨੈਗੇਟਿਵ ਚਾਰਜ ਹੁੰਦਾ। ਆਹ ਪਾਸਾ ਆ ਗਿਆ ਐਨੋਡ, ਤੇ ਇਹਨਾਂ ਨੂੰ 10,000 ਵੋਲਟ ਦਾ ਕਰੰਟ ਜਿਹੜਾ ਉਹ ਦਿੱਤਾ ਗਿਆ। ਦਿਸ ਇਜ਼ ਕੈਥੋਡ ਰੇ ਟਿਊਬ, ਇਹਨੂੰ ਡਿਸਚਾਰਜ ਟਿਊਬ ਵੀ ਕਿਹਾ ਜਾਂਦਾ ਸੀਗਾ, ਕੈਥੋਡ ਰੇ ਟਿਊਬ ਔਰ ਡਿਸਚਾਰਜ ਟਿਊਬ। ਉਹਨਾਂ ਨੇ ਅਬਜ਼ਰਵ ਕੀਤਾ ਕਿ ਕੁਝ ਦੇਰ ਬਾਅਦ ਇੱਕ ਪਾਸਾ ਜਿਹੜਾ ਉਹ ਗ੍ਰੀਨ ਕਲਰ ਦੇ ਨਾਲ ਗਲੋ ਹੋਣਾ ਸ਼ੁਰੂ ਹੋ ਗਿਆ। ਹੁਣ ਦੇਖੋ ਹੋਇਆ ਕਿ ਕੈਥੋਡ ਤੋਂ ਇਹਦੇ 'ਚ ਇੱਕ ਨੋਬਲ ਗੈਸ ਜਿਹੜੀ ਆ ਉਹ ਪਾ ਦਿੱਤੀ ਗਈ। ਹੁਣ ਨੋਬਲ ਗੈਸ ਜਿਹੜੀ ਵੀ ਸੀ, ਨੋਬਲ ਗੈਸ ਹੁੰਦੀਆਂ ਨੇ ਜਿਹੜੀਆਂ ਕਿਸੇ ਨਾਲ ਰਿਐਕਟ ਨਹੀਂ ਕਰਦੀਆਂ। ਜਦੋਂ ਉਹਦੇ ਵਿੱਚੋਂ ਇਲੈਕਟ੍ਰਿਸਿਟੀ ਪਾਸ ਹੋਈ ਉਸ ਨੋਬਲ ਗੈਸ ਦੇ ਵਿੱਚੋਂ, ਤੇ ਨੋਬਲ ਗੈਸ ਕਿਹਦੀ ਬਣੀ ਹੋਈ? ਐਟਮਸ ਦੀ। ਸਟੇਟਸ ਆਫ ਮੈਟਰ ਤੁਸੀਂ ਪੜ੍ਹਦੇ ਹੋ, ਮੈਟਰ ਦੀਆਂ ਜਿਹੜੀਆਂ 3 ਸਟੇਟਸ ਨੇ, 1 ਇਜ਼ ਸੋਲਿਡ, ਲਿਕੁਇਡ ਤੇ ਗੈਸ। ਤੇ ਨੋਬਲ ਗੈਸ ਵੀ ਜਿਹੜੀ ਹੈ ਉਹ ਗੈਸੀਅਸ ਸਟੇਟ ਜਿਹੜੀ ਹੈ ਉਹ ਮੈਟਰ ਦੀ ਹੈ, ਠੀਕ ਹੈ। ਹੁਣ ਉਹ ਮੈਟਰ ਜਿਹੜੀ ਗੈਸੀਅਸ ਸਟੇਟ ਦੇ ਵਿੱਚ ਹੈ ਉਹਦੇ 'ਚ ਐਟਮਸ ਹੋਣਗੇ, ਪਰ ਲੇਕਿਨ ਉਹਨਾਂ ਦੇ ਵਿੱਚ ਕੁਝ ਇਹੋ ਜਿਹੀ ਚਾਰਜਡ ਪਾਰਟੀਕਲ ਸੀਗੇ ਜਿਹੜੇ ਇੱਧਰੋਂ ਚੱਲ ਕੇ ਦੂਜੀ ਸਾਈਡ ਤੇ ਜਾਣੇ ਸ਼ੁਰੂ ਹੋ ਗਏ। ਜਿਹੜੇ ਇਸ ਸਾਈਡ ਤੋਂ ਚੱਲ ਕੇ ਦੂਜੀ ਸਾਈਡ ਤੇ ਜਾਣੇ ਸ਼ੁਰੂ ਹੋ ਗਏ। ਹੁਣ ਇਹ ਨੈਗੇਟਿਵ ਤੋਂ ਪੋਜ਼ਿਟਿਵ ਵੱਲ ਜਾ ਰਹੇ ਸੀ ਇਹ ਪਾਰਟੀਕਲਸ ਜਿਹੜੇ ਨੇ, ਇਹਨਾਂ ਦੀ ਮੂਵਮੈਂਟ ਜਿਹੜੀ ਹੈ ਉਹ ਨੈਗੇਟਿਵ ਟੂ ਪੋਜ਼ਿਟਿਵ ਸੀ। ਜੇ ਕੋਈ ਚੀਜ਼ ਨੈਗੇਟਿਵ ਤੋਂ ਪੋਜ਼ਿਟਿਵ ਵੱਲ ਜਾ ਰਹੀ ਹੈ ਇਹਦਾ ਮਤਲਬ ਉਹ ਪਾਰਟੀਕਲਸ ਦੇ ਉੱਤੇ ਚਾਰਜ ਕਿਹੜਾ ਹੋਏਗਾ? ਨੈਗੇਟਿਵ ਚਾਰਜ ਹੋਏਗਾ। ਪੋਜ਼ਿਟਿਵ ਨੇ ਹੀ ਨੈਗੇਟਿਵ ਨੂੰ ਖਿੱਚਣਾ ਆਪਣੇ ਵੱਲ। ਆਪੋਜ਼ਿਟ ਚਾਰजेस ਅਟਰੈਕਟ ਈਚ ਅਦਰ, ਦੋਨੋਂ ਅਟਰੈਕਟ ਕਰਦੇ। ਇਹਦਾ ਮਤਲਬ ਜਿਹੜੇ ਇਹ ਪਾਰਟੀਕਲਸ ਇੱਧਰਲੇ ਪਾਸੇ ਜਾ ਰਹੇ ਸੀਗੇ, ਇਹਨਾਂ ਨੇ ਇੱਧਰ ਗ੍ਰੀਨ ਕਲਰ ਦਾ ਜਿਹਨੂੰ ਕਲਰ ਗਲੋ ਆਉਣਾ ਸ਼ੁਰੂ ਹੋ ਗਿਆ, ਇੱਕ ਚਮਕ ਆਉਣੀ ਸ਼ੁਰੂ ਹੋ ਗਈ। ਹੁਣ ਇਹ ਦੇਖੋ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ, ਪਰ ਲੇਕਿਨ ਇਹ ਜਦੋਂ ਇਹ ਵਾਲਾ ਪਾਸਾ ਚਮਕਣਾ ਸ਼ੁਰੂ ਹੋ ਗਿਆ, ਸਾਇੰਟਿਸਟ ਨੇ ਕਿਹਾ ਇਹਦਾ ਮਤਲਬ ਕੁਝ ਪਾਰਟੀਕਲ ਇਹੋ ਜਿਹੇ ਨੇ ਜਿਹੜੇ ਕਿ ਇਸ ਪਲੇਟ ਤੋਂ ਨਿਕਲ ਕੇ ਉਸ ਪਲੇਟ ਵੱਲ ਗਏ ਨੇ। ਜਿਹੜੀ ਗੈਸ ਹੈ ਉਹਦੇ ਵਿੱਚ ਇਹੋ ਜਿਹੇ ਪਾਰਟੀਕਲਸ ਨੇ ਜਿਹੜੇ ਇਸ ਸਾਈਡ ਤੋਂ ਉਸ ਸਾਈਡ 'ਤੇ ਜਾ ਰਹੇ, ਨੈਗੇਟਿਵ ਪਲੇਟ ਤੋਂ ਪੋਜ਼ਿਟਿਵ ਪਲੇਟ ਵੱਲ ਜਾ ਰਹੇ। ਜੇ ਨੈਗੇਟਿਵ ਪਲੇਟ ਤੋਂ ਪੋਜ਼ਿਟਿਵ ਪਲੇਟ ਵੱਲ ਜਾ ਰਹੇ ਨੇ, ਇਹਦਾ ਮਤਲਬ ਉਹਨਾਂ ਪਾਰਟੀਕਲਸ ਦੇ ਉੱਤੇ ਕਿਹੜਾ ਚਾਰਜ ਹੋਏਗਾ? ਨੈਗੇਟਿਵ ਚਾਰਜ ਹੋਏਗਾ। ਇਹਨਾਂ ਰੇਜ਼ ਨੂੰ ਕੈਥੋਡ ਰੇਜ਼ ਕਿਹਾ ਗਿਆ। And these negatively charged particles are later known as electrons. ਇਸ ਤਰ੍ਹਾਂ ਇਲੈਕਟ੍ਰੋਨ ਦੀ ਜਿਹੜੀ ਹੈ ਉਹ ਡਿਸਕਵਰੀ ਹੋਈ ਸੀਗੀ। ਇਹਦੇ ਵਿੱਚ ਜਦੋਂ ਇਹ ਸਾਰਾ ਐਕਸਪੈਰੀਮੈਂਟ ਹੋ ਗਿਆ, ਇਹਨਾਂ ਕੈਥੋਡ ਰੇਜ਼ ਜਿਹੜੀਆਂ ਡਿਸਕਵਰ ਕੀਤੀਆਂ ਸੀਗੀਆਂ, ਇਹਨਾਂ ਦੀਆਂ ਪ੍ਰੋਪਰਟੀਜ਼ ਕੁਝ ਜਿਹੜੀਆਂ ਨੇ ਉਹ ਡਿਸਕਸ ਕੀਤੀਆਂ ਔਰ ਐਸੇ ਐਕਸਪੈਰੀਮੈਂਟਸ ਦੇ ਉੱਤੇ ਡਿਸਕਸ ਕੀਤੀਆਂ। ਮੈਂ ਬੜਾ ਬਰੀਫ ਦੇ ਵਿੱਚ ਦੱਸਾਂਗਾ ਕਿ these cathode rays have mechanical energy। ਇਹਨਾਂ ਨੇ ਇਹ ਜਿਹੜਾ ਕੈਥੋਡ ਰੇ ਟਿਊਬ ਸੀ, ਇਹ 'ਚ ਕੈਥੋਡ ਰੇਜ਼ ਜਿਹੜੀਆਂ ਨੇ ਉਹ ਇੱਧਰਲੇ ਪਾਸੇ ਮੂਵ ਕਰ ਰਹੀਆਂ ਸੀਗੀਆਂ। ਇਹਨਾਂ ਨੇ ਇੱਥੇ ਇੱਕ ਵੀਲ ਜਿਹੜਾ ਉਹ ਲਗਾ ਦਿੱਤਾ। ਜਦੋਂ ਕੈਥੋਡ ਰੇ ਇਹਨਾਂ ਨੂੰ ਟਕਰਾ ਕੇ ਲੰਘੀਆਂ, ਇਹ ਵੀਲ ਘੁੰਮਣਾ ਸ਼ੁਰੂ ਹੋ ਗਿਆ। this experiment shows that cathode rays have mechanical properties। ਫਿਰ ਇਹਨਾਂ ਨੇ ਇੱਕ ਹੋਰ ਐਕਸਪੈਰੀਮੈਂਟ ਕੀਤਾ ਜਿਹਦੇ 'ਚ ਕੈਥੋਡ ਰੇਜ਼ ਜਾ ਰਹੀਆਂ ਨੇ, ਇੱਕ ਕ੍ਰਾਸ ਜਿਹੜਾ ਉਹ ਲਗਾ ਦਿੱਤਾ ਤੇ ਇਹਦਾ ਸ਼ੈਡੋ ਜਿਹੜਾ ਉਹ ਇੱਥੇ ਪੈਣਾ ਸ਼ੁਰੂ ਹੋ ਗਿਆ। ਇਟ ਮੀਨ ਦੇ ਹੈਵ ਮਕੈਨੀਕਲ ਪ੍ਰੋਪਰਟੀਜ਼, ਦੇ ਕੈਨ ਕਾਸਟ ਸ਼ੈਡੋ। ਇਹ ਸ਼ੈਡੋ ਜਿਹੜਾ ਉਹ ਬਣਾਉਂਦੀਆਂ ਨੇ। ਇਹ ਬੁੱਕ ਦੇ ਵਿੱਚ ਛੋਟੇ ਛੋਟੇ ਐਕਸਪੈਰੀਮੈਂਟਸ ਜਿਹੜੇ ਨੇ ਇਹ ਦਿੱਤੇ ਗਏ ਨੇ, ਇਹ ਤੁਸੀਂ ਖੁਦ ਪੜ੍ਹਨੇ ਨੇ। ਇਹਨਾਂ ਨੇ ਕੁਛ ਇਹਦੀਆਂ ਮੈਗਨੈਟਿਕ ਪ੍ਰੋਪਰਟੀਜ਼ ਦੇ ਬਾਰੇ ਵੀ ਐਕਸਪੈਰੀਮੈਂਟ ਕੀਤਾ ਕਿ ਉਹਨਾਂ ਨੂੰ ਅਸੀਂ ਜਿਹੜਾ ਇਲੈਕਟ੍ਰਿਕਲ ਕਰੰਟ ਦਿੱਤਾ। ਤੀਸਰਾ ਐਕਸਪੈਰੀਮੈਂਟ ਸੀਗਾ ਕਿ ਕੈਥੋਡ ਰੇਜ਼
क्योंकि नैगेटिवली चार्ज ने इन्हों जो इलैक्ट्रिकल करंट इलैक्ट्रिक फील्ड के रखा तो यह कैथोड रेज जड़ियाँ ने वो पॉजिटिव चार्ज वाल आनी शुरू हो गई। इतों की साबित होया कि कैथोड रेज जड़ियाँ ने वो नैगेटिवली चार्ज पार्टिकल्स ने। इट मीन एटम हैव another subatomic particle which has negative charge and this negatively charged particle is known as electron। ठीक है, इस तरीके नाल इलैक्ट्रॉन की जिहड़ी है वो डिस्कवरी हुई सी। साइंटिस्ट जिहड़े सीगे वो फैराडे, क्रुक्स एक्सेट्रा दीज जिहड़े ने इन्हां ने जिहड़ा चीज़ जिहड़ी है दित्ती सी। विच थॉमसन का भी सीगा कि थॉमसन ने भी काम कीता सीगा। इस तो बाद थॉमसन की बारी आई। थॉमसन ने इन्हां चार्ज पार्टिकल्स तो एक रेशो जिहड़ी है वो कड्ढी या उहदी डिस्कशन जिहड़ी कीती, दैट इज चार्ज टू मास रेशो ऑफ इलैक्ट्रॉन। चार्ज टू मास रेशो ऑफ electron. Electron means negatively charged particle, subatomic particle which has negative charge on it. उन्हें रेशो जिहड़ी है इनू असी आम तौर पर जिहड़ा लिखते हैं E/me रेशो, चार्ज टू मास ऑफ इलैक्ट्रॉन। ਇਹਦਾ भी उन्हें एक एक्सपेरीमेंट लगाया सी। उस एक्सपेरीमेंट ने एक चार्ज ओवर मास ऑफ इलैक्ट्रॉन एक रेशो दी। इहदी भी हुण तुसीं वैल्यू जिहड़ी है वो याद रखनी है क्योंकि चार्ज की वैल्यू है, दैट वैल्यू इज़ 1.7 E/me, where m is mass of electron। me is mass of electron। ये 1.758820 ये फिगर याद रखनी पैनी। 1.758820 into 10 raised to power 11 coulombs। 11 coulombs per kilogram per kg। चार्ज टू मास रेशो। ये रेशो जी है, दिस रेशो इज गिवन बाय थॉमसन, जे थॉमसन, ब्रिटिश साइंटिस्ट सीगा। हुण गल आ गई चार्ज ऑन इलैक्ट्रॉन। इलैक्ट्रॉन इन्ना छोटी जी चीज़ है जिहदे ते चार्ज लभना बड़ा ही मुश्किल सीगा। इस चार्ज नूं लभण वास्ते एक साइंटिस्ट सीगा, दैट ਉਹਦਾ नाम सी रॉबर्ट मिलिकन। मिलिकन ने एक एक्सपेरीमेंट लगाया। उन्होंने उस एक्सपेरीमेंट को मिलिकन्स ऑयल ड्रॉप एक्सपेरीमेंट किया जाता है। ऑयल ड्रॉप एक्सपेरीमेंट। मिलिकन ने एक चैम्बर क्रिएट किया। इस एक्सपेरीमेंट ने चार्ज ऑन इलैक्ट्रॉन, इलैक्ट्रॉन के उत्ते कितना चार्ज है, इलैक्ट्रॉन फाइंड आउट करना सी। इत्थे दो प्लेटां लगाई। वन प्लेट इज पॉजिटिवली चार्ज एंड अनदर इज नेगेटिवली चार्ज। यह पॉजिटिवली चार्ज प्लेट है, यह नेगेटिवली चार्ज प्लेट है। इतों हमने ना एक एटोमाइजर जिस तरह स्प्रे पंप होंदा है उस तरह का स्प्रे ऑयल ड्रॉपलेट्स का स्प्रे किया, बड़ा फाइन स्प्रे। तो इत्थे एक छोटा जिहा होल सीगा। ये ऑयल ड्रॉपलेट्स जिहड़े ने नीचे गिरने शुरू हुए इस होल थाने। इत्थे एक उन्हें टैलीस्कोप फिट की। इधर एक सोर्स रखा उन्हें एक्स रेज का, जितों ने एक्स रेज जड़ियाँ ने वो अंदर दाखिल करानियां सी। एक्स रेज वो ऑयल जो ऑयल ड्रॉपलेट थले गिरया, जो गिरना शुरू होया, इन्हें इतों एक्स रेज जड़ियाँ ने वो जानियां शुरू हो गई। इन्हां एक्स रेज ने जी एयर सी
ਉਹਦੇ ਜਿਹੜੇ ਨੈਗੇਟਿਵਲੀ ਚਾਰਜ ਪਾਰਟੀਕਲ ਸੀਗੇ ਉਹ ਆਇਲ ਡ੍ਰੌਪਲੇਟ ਦੇ ਉੱਤੇ ਜਿਹੜੇ ਨੇ ਉਹ ਟ੍ਰਾਂਸਫਰ ਕਰ ਦਿੱਤੇ। ਚਾਰਜ ਕਿਉਂਕਿ ਹੁਣ ਚਾਰਜ ਪਾਰਟੀਕਲ ਹੈ, ਇਹਨਾਂ ਦੋ ਪਲੇਟਾਂ ਦੇ ਉੱਤੇ ਚਾਰਜ ਦੇ ਕੇ ਉਹਨਾਂ ਆਇਲ ਡ੍ਰੌਪਲੇਟਸ ਨੂੰ ਦੀ ਗਤੀ ਜਿਹੜੀ ਹੈ, ਉਹਨਾਂ ਦੀ ਜਿਹੜੀ ਸਪੀਡ ਆ ਉਹ ਵਧਾਈ ਵੀ ਜਾ ਸਕਦੀ ਸੀ, ਉਹ ਘਟਾਈ ਵੀ ਜਾ ਸਕਦੀ ਸੀ। ਅਤੇ ਇੱਕ ਇਸ ਤਰ੍ਹਾਂ ਦਾ ਚਾਰਜ ਦਿੱਤਾ ਜਾ ਸਕਦਾ ਸੀਗਾ ਕਿ ਉਹ ਆਇਲ ਡ੍ਰੌਪਲੇਟ ਜਿਹੜਾ ਉਹ ਸਟੇਸ਼ਨਰੀ ਹੋ ਜਾਵੇ, ਉਹ ਸਥਿਰ ਹੋ ਜਾਵੇ ਅਗੇਂਸਟ ਦਾ ਗ੍ਰੈਵਿਟੀ। ਇਹ ਐਕਸਪੈਰੀਮੈਂਟ ਦੇ ਨਾਲ ਜਿਹੜਾ ਉਹਨੇ ਚਾਰਜ ਡਿਸਕਸ ਕੀਤਾ, ਦਾ ਵੈਲਿਊ ਆਫ ਚਾਰਜ ਆਫ ਇਲੈਕਟ੍ਰੋਨ ਵਾਜ਼ ਫਾਊਂਡ ਟੂ ਬੀ 1.6022 into 10 raised to power minus 19 coulombs. That was charge on electron. Was found by Millikan, Robert Millikan. ਇਹਨੇ 1909 ਦੇ ਵਿੱਚ ਕੀਤਾ ਸੀ ਐਕਸਪੈਰੀਮੈਂਟ ਜਿਹੜਾ। ਇਹਦੇ ਤੋਂ ਅੱਗੇ ਜਿਹੜਾ ਉਹ ਕੈਲਕੂਲੇਸ਼ਨ ਹੋਈ ਮਾਸ ਆਫ ਇਲੈਕਟ੍ਰੋਨ। Mass of electron was charge over charge by mass of electron ratio. ਇਹ charge over mass of electron ratio ਸੀ। ਇਹਨਾਂ ਦੋਵਾਂ ਨੂੰ ਜਦੋਂ ਅਸੀਂ ਡਿਵਾਈਡ ਕਰਦੇ ਹਾਂ 1.6022 into 10 raised to power minus 19 coulombs divided by charge over mass ratio कितनी सीगी 1.758820 into 10 raised to power 11 कूलम पर kg। कूलम ना कूलम कैंसल हो गए, ਜਦੋਂ ਇਹਨੂੰ ਤੁਸੀਂ ਕਰੋਗੇ ਸੋਲਵ ਕਰੋਗੇ ਇਹ ਵੈਲਿਊ ਕੁਛ ਆਏਗੀ 9.1 9.1 पूरी वैल्यू जो लिखनी है 0952 into 10 raised to power minus 31 kg। ये मास ऑफ इलैक्ट्रॉन जड़ा वो लभ्या गया। असी आम तौर पर मास ऑफ इलैक्ट्रॉन 9.1 into 10 raised to power minus 31 kg ਦੇ ਨਾਲ ਕੈਲਕੂਲੇਸ਼ਨਸ ਕਰਦੇ ਹਾਂ। ਇਹ ਯਾਦ ਰੱਖਣਾ, ਠੀਕ ਹੈ। ਟੈਕਨੀਕਲੀ ਇਲੈਕਟ੍ਰੋਨ ਦਾ ਪਤਾ ਲੱਗ ਗਿਆ। ਟੈਕਨੀਕਲੀ ਇਲੈਕਟ੍ਰੋਨ ਹੈ ਕੀ ਸੀਗਾ? ਇਲੈਕਟ੍ਰੋਨ may be defined as subatomic particle having unit negative charge। मैं लिखना electron is a subatomic particle having unit negative charge कितना? that is 1.6022 into 10 raised to power minus 19 कूलम इधर चार्ज है। and mass equal to 9.10952 into 10 raised to power minus 31 kg, ठीक है, which is equal to 1/1837 1/1817 of that of हाइड्रोजन एटम। देखो ये टेक्निकल डेफिनेशन इन्हों एज सच याद रखना पड़ेगा कि इलेक्ट्रॉन इज सबएटॉमिक पार्टिकल विच हैव यूनिट नेगेटिव चार्ज n
एंड मास इक्वल टू दिस मच इज इक्वल टू 1 ओवर हुण हाइड्रोजन एटम एक का 1837वां हिस्सा काफ़ी घट है इन्ना मास होंदा कि हाइड्रोजन एटम का एक हाइड्रोजन एटम का 1837वां हिस्सा जड़ा वो जड़ा हुंदा वो इक्वल टू इलैक्ट्रॉन हुंदा ठीक है जड़ा दा मास है या दा जड़ा चार्ज है वो हाइड्रोजन एटम का 1/1837वां हिस्सा बहुत छोटा बनता है 1/2 50% हो जाता है 1/3 33% हो जाता है 1/4 25% हो जाता है उस तरह 1/1837वां हिस्सा एक दे 1837 हिस्से कर दिते जान वो जड़ा पार्ट बनता है वो एक इलैक्ट्रॉन के बराबर है ठीक है ऐसी की गलबात सारी इलैक्ट्रॉन की किस तरह इलैक्ट्रॉन की डिस्कवरी हुई किस तरीके दे नाल ओहदा चार्ज ओवर मास रेशो जिहड़ी है वो लभी उस तो असी मास ऑफ इलैक्ट्रॉन फाइंड आउट किया रॉबर्ट मिलकर ने ਵੱਖ-ਵੱਖ साइंटिस्ट से जिन्होंने ਵੱਖ-ਵੱਖ एक्सपैरीमेंट्स के नाल या उन्होंने दी अजम्पशनस के नाल जिहड़े ने ये रिजल्ट्स जिहड़े ने दिते सीगे इस तो अगे एक होर साइंटिस्ट सीगा ਉਹਦਾ नाम सी गोल्डस्टेन दैट वाज डिस्कवरी ऑफ प्रोटॉन गलबात इत्थे खत्म नहीं हुई कि ਇਹਦਾ सब एटॉमिक पार्टिकल ਜਿਹੜਾ ਉਹ ਇੱਕ ਹੈ दैट इज नेगेटिवली चार्ज इलैक्ट्रॉन की गलबात पता लग गई दैन एक गोल्डस्टेन ना दा साइंटिस्ट सीगा उन्हें 1886 दे विच एक एक्सपैरीमेंट किया जिथों ने कहा कि एटम्स दे विच कला एक इलैक्ट्रॉन ही नहीं सब एटॉमिक पार्टिकल ਉਹਦੇ 'ਚ ਇੱਕ ਨਾਲੋਂ ਜ਼ਿਆਦਾ ਸਬ ਐਟੋਮਿਕ ਪਾਰਟੀਕਲਸ ਨੇ ਤੇ ਦੂਸਰਾ ਸਬ ਐਟੋਮਿਕ ਪਾਰਟੀਕਲ ਜਿਹੜਾ ਉਹ ਪ੍ਰੋਟੋਨ ਹੋਏਗਾ ਦੈਟ ਇਜ਼ ਪੋਜ਼ਿਟਿਵਲੀ ਚਾਰਜਡ ਪਾਰਟੀਕਲਸ we can say discovery of protons पहली डिस्कवरी सी that was discovery of electron cathode ray tube experiment सीगा now discovery of proton anode ray tube experiment or regarding anode rays एक्सपैरीमेंट तकरीबन उस तरह का सीगा सैटअप उस तरह का सीगा पर पोजीशनस जड़ियां ने प्लेट्स दियां चेंज कर दी गई गोल्डस्टेन ने इस जगह के उत्ते परफोरेटेड कैथोड प्लेट जी यूज़ की परफोरेटेड कैथोड का मतलब होंदा है एक प्लेट इस तरह की होवे जिहदे च होल्स होण असीं उहनूं कहने हैं परफोरेटेड कैथोड इन्हें मैं ऐसा शो करांगा करंट उस तरह ही 10,000 वोल्ट का करंट जो दिता गया एक्सपैरीमेंट स्टार्ट किया जो ही एक्सपैरीमेंट स्टार्ट किया हुण इहदे विच की होया कि इधरला पासा एनोड है इधरला पासा कैथोड है तो परफोरेटेड कैथोड यूज़ की उन्हें देखा कि पार्टिकल्स जोड़े ने वो इधरों इधर मूव करके एक रैड कलर का ग्लो जोड़ा वो आना शुरू हो गया दिस इज रैड कलर ग्लो रैड कलर का ग्लो जोड़ा वो आना शुरू हो गया इत्थों उन्हें कहा कि कुछ पार्टिकल्स एहो जिहड़े कि पॉजिटिव टू नैगेटिव मूव करते पे ने ਇਹਦਾ मतलब उन्होंने पार्टिकल्स के उत्ते किहड़ा चार्ज होएगा पॉजिटिव चार्ज होएगा दैट वाज प्रोटॉन्स इत्थों ने प्रोटॉन्स का कंसैप्ट दिता कि हुण असीं कह सकते हैं कि एटम दे विच एक पार्टिकल एक सब एटॉमिक पार्टिकल नैगेटिवली चार्ज भी सीगा ते एक सब एटॉमिक पार्टिकल जिहड़ा
वो पॉजिटिवली चार्ज भी सीगा ते दैट पॉजिटिवली चार्ज पार्टिकल इज़ नोन एज प्रोटोन। ठीक है, इनू असी ਜਿਹੜਾ ਉਹ ਕੁਛ ਇਹਦੀ ਟੈਕਨੀਕਲ ਡੈਫੀਨੇਸ਼ਨ ਜਿਹੜੀ ਹੈ ਉਹ ਉਹਦੇ ਨਾਲ ਮਿਲਦੀ ਜੁਲਦੀ ਹੈ ਇਲੈਕਟ੍ਰੋਨਸ ਦੇ ਨਾਲ। ਲਿਖ ਲਓ, ਦ ਪ੍ਰੋਟੋਨ ਇਜ਼ ਏ ਪੋਜ਼ਿਟਿਵਲੀ ਚਾਰਜ ਪਾਰਟੀਕਲ ਹੈਵਿੰਗ ਯੂਨਿਟ ਪੋਜ਼ਿਟਿਵ ਚਾਰਜ equal to 1.6022 into 10 raised to power minus 19 coulombs लिख ही देना। Proton is a subatomic particle which have unit positive charge that is 1.6022 into 10 raised to power minus 19 coulombs charge होना ही कोई particle and mass equal to 1.67 262 into 10 raised to power minus 27 kg, which is equal to same as that of hydrogen atom. Which is same as that of hydrogen atom. उन्ना ही रहेगा जितना हाइड्रोजन एटम। हुण दो जिहड़े ने सब एटॉमिक पार्टिकल्स का पता लग गया, एक पॉजिटिवली चार्ज है, एक नैगेटिवली चार्ज है। इस लैसन दे विच इस तो अगे जिहड़ा वो असीं पढ़ना है कि ये जिहड़े पॉजिटिवली चार्ज ते नैगेटिवली चार्ज पार्टिकल सीगे इन्हां नूं किस तरीके दे नाल अरेंज किया गया कि एटम दे विच कित्थे पए हुंदे ने। ठीक है, ਇਹ ਮੈਂ ਤੁਹਾਨੂੰ ਕਰਾਵਾਂਗਾ ਨੈਕਸਟ ਲੈਕਚਰ ਦੇ ਵਿੱਚ। ਇਹ ਤੁਸੀਂ ਲੈਕਚਰ ਬੜੇ ਧਿਆਨ ਨਾਲ ਸੁਣੋ, ਇਹਨਾਂ ਨੂੰ ਡਾਇਗਰਾਮਸ ਨੂੰ ਅੱਛੀ ਤਰ੍ਹਾਂ ਦੇਖੋ, ਆਪਣੀ ਬੁੱਕ ਦੇ ਨਾਲ ਜਿਹੜਾ ਉਹ ਕੰਸਲਟ ਕਰੋ ਅਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਯਾਦ ਕਰਨਾ ਹੈ। ਠੀਕ ਹੈ, ਇਸ ਵੀਡੀਓ ਨੂੰ ਤੁਸੀਂ ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਅਤੇ ਸ਼ੇਅਰ ਕਰਨਾ। ਵੱਧ ਤੋਂ ਵੱਧ ਜਿਹੜਾ ਉਹ ਇਹਦਾ ਜਿਹੜਾ ਤੁਸੀਂ ਇਹਨੂੰ ਰਿਵਿਊ ਕਰੋ, ਬਾਰ-ਬਾਰ ਦੇਖੋ ਤਾਂ ਜੋ ਤੁਹਾਨੂੰ ਇੱਕ ਇੱਕ ਚੀਜ਼ ਜਿਹੜੀ ਹੈ ਪਤਾ ਲੱਗ ਜਾਵੇ। ਇਹ ਬੜਾ ਹੀ ਬੇਸਿਕ ਲੈਸਨ ਹੈ। ਇਸ ਲੈਸਨ ਦੇ ਉੱਤੇ ਕੈਮਿਸਟਰੀ ਡਿੱਗੀ ਹੈ। ਇਹ ਲੈਸਨ ਆਉਂਦਾ ਹੋਏਗਾ ਤੇ ਕੈਮਿਸਟਰੀ ਦੀ ਅੱਗੇ ਸਮਝ ਆਏਗੀ, ਨੌਲੇਜ ਪਤਾ ਲੱਗੇਗਾ ਉਹਦੇ ਬਾਰੇ। ਅਦਰਵਾਈਜ਼ ਜਿਹੜਾ ਫਿਰ ਕੈਮਿਸਟਰੀ ਦਾ ਪਤਾ ਲੱਗਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਇਸ ਲੈਸਨ ਨੂੰ ਬੜਾ ਹੀ ਸੀਰੀਅਸਲੀ ਜਿਹੜਾ ਤੁਸੀਂ ਕੰਮ ਕਰਨਾ ਹੈ ਅਤੇ ਇਹਦੇ 'ਚੋਂ ਜੋ ਜੋ ਚੀਜ਼ਾਂ ਰਿਕੁਆਇਰਡ ਹੋਣਗੀਆਂ ਮੈਂ ਤੁਹਾਨੂੰ ਸਿਰਫ ਉਹੀ ਕਰਾਵਾਂਗਾ, ਕਿਉਂਕਿ ਦੇਖੋ ਲੈਸਨ ਦੇ ਵਿੱਚ ਬਹੁਤ ਕੁਛ ਦਿੱਤਾ ਹੁੰਦਾ ਪਰ ਲੇਕਿਨ ਜਿਹਦੇ ਨਾਲ ਸਾਡਾ ਇੱਕ ਤਾਂ ਸਿਲੇਬਸ ਕਵਰ ਹੋ ਜਾਵੇ ਅਤੇ ਇਸ ਲੈਸਨ ਦੀ ਪ੍ਰੋਪਰ ਨੌਲੇਜ ਆ ਜਾਵੇ, ਅਸੀਂ ਕੰਮ ਉਹ ਕਰਾਂਗੇ। ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ।